ਪਿੰਡ ਦੇ ਗਰਾਊਂਡ ਦੇ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸੀਗੀਆਂ ਜੀ। ਅੱਜ ਇਹ ਗਰਾਊਂਡ ਖਾਲੀ ਹੈ। ਅੱਜ ਇਹ ਸਾਰਾ ਗਰਾਊਂਡ ਖਾਲੀ ਪਿਆ ਜੀ ਬਿਲਕੁਲ। ਕਿੰਨੇ ਕੁ ਮੁੰਡੇ ਇੱਥੇ ਪ੍ਰੈਕਟਿਸ ਕਰਨ ਆਉਂਦੇ ਸੀ ਰੋਜ਼? ਲਗਭਗ 50 ਪਲੱਸ ਮੁੰਡੇ ਡੇਲੀ ਆਉਂਦੇ ਸੀ ਪ੍ਰੈਕਟਿਸ ਕਰਨ ਜੀ ਇੱਥੇ, ਜਿਹੜਾ ਕਿ ਅੱਜ ਆਹ ਸਾਰਾ ਗਰਾਊਂਡ ਭਾਂ ਕਰਦਾ ਪਿਆ ਜੀ। ਫੌਜ ਜਾਣ ਦੀ ਬਜਾਏ ਪਾਸਪੋਰਟ ਬਣਾ ਰਹੇ ਆ, ਬਾਹਰ ਜਾਣ ਦੀ ਜ਼ਿਆਦਾ ਤਿਆਰੀ ਕਰਨ ਲੱਗ ਗਏ। ਪਹਿਲਾਂ ਹੀ ਨੌਜਵਾਨ ਫਾਰਮ ਭਰਦੇ ਹੁੰਦੇ ਸੀ ਆਨਲਾਈਨ ਜੀ, ਹੁਣ ਸਾਡੇ ਪਿੰਡ ਘੱਟੋ ਘੱਟ ਨਿੱਤ ਕੋਈ ਨਵਾਂ ਪਾਸਪੋਰਟ ਅਪਲਾਈ ਕਰਨ ਦਾ। ਪਿੰਡ ਤੋਂ ਕਿੰਨੇ ਮੁੰਡੇ ਸੀ ਜਿਹੜੇ ਹੁਣ ਤਿਆਰੀ ਕਰ ਰਹੇ ਸੀਗੇ ਫੌਜ ਦੇ ਵਿੱਚ ਜਾਣ ਦੀ? ਜੋ ਤਿਆਰੀ ਕਰ ਰਹੇ ਸੀ ਹੁਣ ਆਈਲੈਟਸ ਕਰਨ ਲੱਗ ਗਏ ਜੀ। ਉਹ ਕਹਿੰਦੇ 4 ਸਾਲ ਉਧਰ ਲਾਉਣ ਦੀ ਬਜਾਏ 4 ਸਾਲ ਬਾਹਰ ਲਾ ਆਵਾਂਗੇ। ਪਿੰਡ ਦੇ ਵਿੱਚ ਹੁਣ ਤੱਕ ਕਿੰਨੇ ਕੁ ਜਿਹੜੇ ਫੌਜ ਦੇ ਵਿੱਚ ਸੇਵਾ ਦੇ ਚੁੱਕੇ ਨੇ, ਗਿਣਤੀ ਕਿੰਨੀ ਕੁ ਹੋਏਗੀ? ਗਿਣਤੀ ਘੱਟੋ ਘੱਟ ਹੋਣੀ ਹੈ 100 ਪਲੱਸ ਜੀ। ਹਾਂਜੀ, ਲੱਗੇ ਵੀ ਬਹੁਤ ਪਏ 100। ਲਗਭਗ ਹਰੇਕ ਘਰ ਚੋਂ ਹੀ ਹੈ। ਹਰੇਕ ਘਰ ਚੋਂ ਜੀ, ਹਰੇਕ ਘਰ ਚੋਂ ਲਗਭਗ ਆਪਣੇ ਇੱਥੇ ਜੀ। 4 ਸਾਲਾਂ ਦੀ ਲਾ ਕੇ ਟ੍ਰੇਨਿੰਗ ਜੀ, ਤੇ ਇੱਥੇ ਆਉਣਗੇ ਜੀ ਫੌਜੀ ਤੇ ਰਿਟਾਇਰ ਹੋ ਕੇ, ਫਿਰ ਉਹਨਾਂ ਨੂੰ ਆਪਦਾ ਗਾਂਹ ਭਵਿੱਖ ਦੇਖਣਾ ਨਹੀਂ। ਫਿਰ ਜਦੋਂ ਹਥਿਆਰ ਚਲਾਉਣਾ ਸਿੱਖ ਗਏ ਜੀ, ਉਹ ਫਿਰ ਗੈਂਗਸਟਰ ਹੀ ਬਣ ਗਏ ਜੀ। ਸਾਰੀ ਕਰਪਸ਼ਨ ਹੋਈ ਪਈ ਆ। ਹੁਣ ਪੰਜਾਬ ਪੁਲਿਸ ਦੀ ਭਰਤੀ ਆਈ ਸੀਗੀ, ਉਹ ਜੀ ਕਰਪਸ਼ਨ ਹੀ ਸੀਗੀ ਜੀ। ਜਿਨ੍ਹਾਂ ਨੇ ਮਿਹਨਤ ਕੀਤੀ ਉਹ ਲੱਗੇ ਨਹੀਂ, ਜਿਨ੍ਹਾਂ ਨੇ ਪੈਸੇ ਦਿੱਤੇ ਉਹ ਲੱਗ ਗਏ ਜੀ। ਆਪਣੇ ਦੇਸ਼ ਦਾ ਸਿਸਟਮ ਖਰਾਬ ਹੋਇਆ ਪਿਆ ਜੀ ਸਾਰਿਆਂ ਦਾ। ਤਾਂ ਹੀ ਤਾਂ ਹਰੇਕ ਹੁਣ ਬਾਹਰ ਦੀ ਸੋਚਦਾ, ਬਸ ਬਾਹਰ ਜਾ ਕੇ ਆਪਾਂ ਸੈਟਲਮੈਂਟਲ ਹੋ ਜਾਈਏ, ਵਧੀਆ ਫੈਮਿਲੀ ਵੀ ਸੈੱਟ ਹੋ ਜੂਗੀ ਆਪਣੀ। ਬਾਹਰ ਜਾਣਗੇ ਤਾਂ 17 ਲੱਖ 20 ਲੱਖ ਤਾਂ ਉਹ 1 ਸਾਲ ਦੇ ਵਿੱਚ ਵੀ ਕਮਾ ਲੈਣਗੇ। ਨਹੀਂ, ਇਹ ਲੋਕਾਂ ਦੀ ਸੋਚ ਬਣੀ ਹੈ ਜੀ ਵੀ 20 ਲੱਖ ਦਾ ਅਸੀਂ ਉੱਥੇ 1 ਸਾਲ 'ਚ ਕਮਾ ਲਾਂਗੇ। ਪਰ ਕਈ ਗੱਲਾਂ ਹੋਰ ਵੀ ਦਿਮਾਗ 'ਚ ਆਈਆਂ ਇਹਨਾਂ ਦੇ ਵੀ ਹੁਣ ਪਹਿਲਾਂ ਤਾਂ ਮੈਡੀਕਲ ਮਿਲਦਾ ਸੀ, ਹੁਣ 4 ਸਾਲਾਂ ਬਾਅਦ ਸਭ ਬੰਦ ਹੋ ਜਾਊਗਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਰਹਿਮਤ ਟੀਵੀ ਦੇ ਨਾਲ ਤੇ ਮੈਂ ਹਾਂ ਆਕਾਂक्षा। ਇਸ ਵੇਲੇ ਮੈਂ ਬਠਿੰਡਾ ਜ਼ਿਲ੍ਹਾ ਦੇ ਉਸ ਪਿੰਡ ਵਿੱਚ ਖੜੀ ਹਾਂ ਜਿਸ ਨੂੰ ਕਿ ਫੌਜੀਆਂ ਦਾ ਪਿੰਡ ਕਿਹਾ ਜਾਂਦਾ ਸੀਗਾ, ਪਰ ਅੱਜ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਰੁਝਾਨ ਇੱਕਦਮ ਫੌਜ ਦੇ ਵਿੱਚ ਜਾਣ ਤੋਂ ਘਟ ਗਿਆ, ਕਿਉਂਕਿ ਜਿਹੜੀ ਅਗਨੀਵੀਰ ਜਿਹੜੀ ਅਗਨੀਪਥ ਸਕੀਮ ਭਾਰਤੀ ਸਰਕਾਰ ਨੇ ਲਾਂਚ ਕੀਤੀ ਹੈ, ਉਸ ਦੇ ਵਿਰੋਧ ਵੀ ਤੁਸੀਂ ਜਾਣਦੇ ਹੋ ਕਿ ਪੂਰੇ ਭਾਰਤ ਦੇ ਵਿੱਚ ਹੋ ਰਿਹਾ ਹੈ। ਤਾਂ ਮੈਂ ਤੁਹਾਨੂੰ ਇੱਕ ਵਾਰ ਦਿਖਾ ਦੇਣਾ ਚਾਹੁੰਦੀ ਹਾਂ ਕਿ ਇਹ ਪਿੰਡ ਦਾ ਗਰਾਊਂਡ ਹੈ ਜੋ ਇਸ ਵੇਲੇ ਖਾਲੀ ਹੈ। ਔਰ ਅਗਨੀਪਥ 14 ਜੂਨ ਤੋਂ ਪਹਿਲਾਂ ਜਦੋਂ ਇਹ ਸਕੀਮ ਲਾਂਚ ਹੁੰਦੀ ਸੀ ਤਾਂ ਇੱਥੇ ਬੜੀਆਂ ਰੌਣਕਾਂ ਹੁੰਦੀਆਂ ਸੀ। ਇੱਥੇ ਜਿਹੜੇ ਨੌਜਵਾਨ ਸੀਗੇ ਉਹ ਪ੍ਰੈਕਟਿਸ ਕਰਨ ਪਹੁੰਚਦੇ ਸੀ। ਸਾਡੇ ਨਾਲ ਪਿੰਡ ਦੇ ਕੁਝ ਵਾਸੀ ਜੁੜੇ ਨੇ, ਸਾਡੇ ਨਾਲ ਐਕਸ ਸਰਵਿਸਮੈਨ ਨੇ ਜਿਨ੍ਹਾਂ ਨੇ ਭਾਰਤੀ ਸੈਨਾ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਨੇ, ਔਰ ਹੋਰ ਵੀ ਸਾਡੇ ਨਾਲ 2 ਪਿੰਡ ਦੇ ਨੌਜਵਾਨ ਵੀਰ ਨੇ। ਗੱਲਬਾਤ ਇਹਨਾਂ ਦੇ ਨਾਲ ਕਰ ਲੈਂਦੇ ਹਾਂ। ਸਰ, ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਨਾ ਚਾਹੂੰਗੀ ਮੈਂ ਕਿ ਤੁਸੀਂ ਐਕਸ ਸਰਵਿਸਮੈਨ ਹੋ, ਤੁਸੀਂ ਕਿਸ ਤਰ੍ਹਾਂ ਇਸ ਸਕੀਮ ਨੂੰ ਦੇਖਦੇ ਹੋ, ਅਗਨੀਪਥ ਸਕੀਮ ਨੂੰ? ਜਿਹੜੇ ਬੱਚੇ ਨੇ ਉਹ ਹੁਣ ਵਿਰੋਧ ਕਰ ਰਹੇ ਇਸ ਚੀਜ਼ ਦਾ, ਜਿਹੜੇ ਐਸਪੀਰੈਂਟਸ ਨੇ ਉਹ ਵਿਰੋਧ ਕਰ ਰਹੇ ਕਿ ਅਸੀਂ ਇਹ ਸਕੀਮ ਲਾਗੂ ਨਹੀਂ ਹੋਣ ਦੇਵਾਂਗੇ। ਉਹਨਾਂ ਨੂੰ ਭਵਿੱਖ ਦਾ ਜਿਹੜਾ ਗਾਂਹ ਵਾਲਾ ਰਸਤਾ ਉਹ ਬੰਦ ਦਿਖ ਰਿਹਾ ਜੀ। ਉਹਨਾਂ ਨੂੰ ਪਤਾ ਵੀ 4 ਸਾਲ ਦਾ ਕੀ ਕਰਾਂਗੇ, ਇਸ ਤੋਂ ਬਾਅਦ ਨੌਕਰੀ ਮਿਲੇ ਨਾ ਮਿਲੇ। ਇਸ ਕਰਕੇ ਲੋਕ ਅੱਜ ਕੱਲ੍ਹ ਫੌਜ ਜਾਣ ਦੀ ਬਜਾਏ ਪਾਸਪੋਰਟ ਬਣਾ ਰਹੇ ਆ, ਬਾਹਰ ਜਾਣ ਦੀ ਜ਼ਿਆਦਾ ਤਿਆਰੀ ਕਰਨ ਲੱਗ ਗਏ। ਹੁਣ ਪਹਿਲਾਂ ਹੀ ਨੌਜਵਾਨ ਫਾਰਮ ਭਰਦੇ ਹੁੰਦੇ ਸੀ ਆਨਲਾਈਨ ਜੀ, ਹੁਣ ਸਾਡੇ ਪਿੰਡ ਘੱਟੋ ਘੱਟ ਨਿੱਤ ਕੋਈ ਨਵਾਂ ਪਾਸਪੋਰਟ ਅਪਲਾਈ ਕਰਨ ਦਾ। ਪਿੰਡ ਤੋਂ ਕਿੰਨੇ ਮੁੰਡੇ ਸੀ ਜਿਹੜੇ ਹੁਣ ਤਿਆਰੀ ਕਰ ਰਹੇ ਸੀਗੇ ਫੌਜ ਦੇ ਵਿੱਚ ਜਾਣ ਦੀ? ਜੋ ਤਿਆਰੀ ਕਰ ਰਹੇ ਸੀ ਹੁਣ ਆਈਲੈਟਸ ਕਰਨ ਲੱਗ ਗਏ ਜੀ। ਉਹ ਕਹਿੰਦੇ 4 ਸਾਲ ਉਧਰ ਲਾਉਣ ਦੀ ਬਜਾਏ 4 ਸਾਲ ਬਾਹਰ ਲਾ ਆਵਾਂਗੇ ਤੇ ਨਾਲੇ ਉੱਥੇ ਆਪਣਾ ਪਰਿਵਾਰ ਸੈੱਟ ਹੋ ਜਾਊਗਾ। ਇਸ ਤਰ੍ਹਾਂ ਦੀ ਸੋਚ ਬਣ ਗਈ ਹੈ ਜੀ, ਤੇ ਅੱਗੇ ਦਾ ਭਵਿੱਖ ਨੂੰ ਦਿਖ ਨਹੀਂ ਰਿਹਾ। ਹੁਣ ਬਹੁਤ ਇੰਟਰਸਟ ਘਟ ਗਿਆ ਜੀ, ਤੇ ਕੋਈ ਵੀ ਬੰਦਾ ਹੁਣ ਦਿਸ਼ਾ ਨਹੀਂ, ਇੱਥੇ ਕੋਈ ਬੋਲਣ ਨੂੰ ਤਿਆਰ ਹੀ ਨਹੀਂ ਹੈ। ਟੀਵੀ ਅੱਗੇ ਕੀ ਬੋਲਣ? FIR ਹੋ ਰਹੀ ਹੈ ਲੋਕਾਂ ਦੀ, ਸਾਰੇ ਚੁੱਪਚਾਪ ਬਸ ਆਪਣਾ ਮੂੰਹ ਮੋੜ। ਦੱਸ ਰਹੇ ਸੀਗੇ ਕਿ ਬਠਿੰਡਾ ਜ਼ਿਲ੍ਹਾ ਤੋਂ 200 ਜਿਹੜੇ ਮੁੰਡੇ ਨੇ ਉਹ ਐਸਪੀਰੈਂਟਸ ਗਏ ਸੀ ਦਿੱਲੀ, ਤਾਂ ਉਹਨਾਂ ਦੇ ਉੱਪਰ ਜਿਹੜੀ FIR ਉਹ ਦਰਜ ਕੀਤੀ ਗਈ ਹੈ। ਉਹ ਕਹਿੰਦੇ ਆ ਜੀ ਇੱਥੋਂ ਗਏ ਸੀ ਮੁੰਡੇ ਜਿਹੜੇ, ਉਹ ਉਹਨਾਂ ਦੇ FIR ਦਰਜ ਹੋ ਗਈ ਹੈ, ਤੇ ਉਹ ਹੁਣ ਬਸ ਚੁੱਪਚਾਪ ਹੀ ਸਾਰੇ ਜੀ। BSC ਦੇ ਵਿਰੋਧ ਦੇ ਵਿੱਚ ਜਿਹੜੇ ਗਏ ਸੀ ਉਹਨਾਂ ਦੇ, ਹਾਂ ਗਏ ਸੀ ਮੁੰਡੇ ਬਹੁਤ, ਤੇ ਉਹ ਸਾਰੇ ਹੁਣ ਚੁੱਪਚਾਪ ਹੀ ਹੈ, ਬਸ ਆਪਦਾ ਬਹੁਤ ਕੰਮ ਧੰਦਾ ਕਰਨ ਲੱਗ ਗਏ। ਕਿਸੇ ਨੇ ਸਾਰਾ ਆਪਦਾ ਅਲੱਗ-ਅਲੱਗ ਰਸਤਾ ਬਣਾ ਗਏ ਜੀ ਹੁਣ। ਬਿਲਕੁਲ, ਕਿਉਂਕਿ ਸਵਾਲ ਸਭ ਤੋਂ ਵੱਡੇ ਇਹੀ ਨੇ ਕਿ 4 ਸਾਲਾਂ ਬਾਅਦ ਕੀ ਫਿਊਚਰ ਹੈ, 4 ਸਾਲਾਂ ਬਾਅਦ ਭਵਿੱਖ ਦੇ ਵਿੱਚ ਕੀ ਹੈ। ਤੁਸੀਂ ਮੈਨੂੰ ਆਫ ਕੈਮਰਾ ਦੱਸ ਰਹੇ ਸੀ ਵੀ ਮੁੰਡਿਆਂ ਦੇ ਰਿਸ਼ਤੇ ਨਹੀਂ ਹੋ ਰਹੇ ਸਾਡੇ ਪਿੰਡ ਦੇ ਵਿੱਚ ਕਿਉਂਕਿ ਜਿਹੜੀ ਨੌਕਰੀ ਆ ਉਹੀ ਨਹੀਂ ਹੈ। ਨਹੀਂ ਜੀ, ਹੁਣ ਲੋਕੇ ਸੋਚ ਬਣ ਗਈ ਨਾ। ਮੈਂ ਕਈ ਮਾਪਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਕਿਉਂ ਮੁੰਡਾ ਭੇਜ ਗਏ, ਵੀ ਅਗਲੇ ਆ ਕਹਿਣਗੇ 4 ਸਾਲ ਬਾਅਦ ਮੁੰਡਾ ਕੀ ਕਰੂਗਾ, ਉਦੋਂ ਬਾਅਦ ਕੀ ਪਤਾ ਕਿੱਧਰ ਜਾਊਗਾ।
ਇਸ ਕਰਕੇ ਰਿਸ਼ਤੇ ਹੋਣੇ ਮੁਸ਼ਕਲ ਹੋ ਜਾਣਗੇ। ਇਹ ਵੀ ਸੋਚ ਬਣ ਗਈ ਲੋਕਾਂ ਦੀ ਹੁਣ, ਇਹ ਸੱਚਾਈ ਹੈ ਜੀ। ਬਿਲਕੁਲ ਆ ਵੀ ਗੱਲਾਂ ਨੇ ਕਿ ਫਿਊਚਰ ਦਾ ਕੀ ਬਣੂਗਾ, 4 ਸਾਲਾਂ ਬਾਅਦ ਉਹ ਬੰਦਾ ਕੀ ਕਰੂਗਾ। 17 ਲੱਖ ਸਰਕਾਰ ਕਹਿੰਦੀ ਹੈ, ਪਰ ਤੁਸੀਂ ਵੀ ਉਹੀ ਗੱਲ ਕਹਿ ਰਹੇ ਹੋ ਕਿ ਬਾਹਰ ਜਾਣਗੇ ਤਾਂ 17 ਲੱਖ 20 ਲੱਖ ਤਾਂ ਉਹ 1 ਸਾਲ ਦੇ ਵਿੱਚ ਵੀ ਕਮਾ ਲੈਣਗੇ। ਨਹੀਂ, ਇਹ ਲੋਕਾਂ ਦੀ ਸੋਚ ਬਣੀ ਹੈ ਜੀ ਵੀ 20 ਲੱਖ ਦਾ ਅਸੀਂ ਉੱਥੇ 1 ਸਾਲ 'ਚ ਕਮਾ ਲਾਂਗੇ। ਪਰ ਕਈ ਗੱਲਾਂ ਹੋਰ ਵੀ ਦਿਮਾਗ 'ਚ ਆਈਆਂ ਇਹਨਾਂ ਦੇ ਵੀ ਹੁਣ ਪਹਿਲਾਂ ਤਾਂ ਮੈਡੀਕਲ ਮਿਲਦਾ ਸੀ, ਹੁਣ 4 ਸਾਲਾਂ ਬਾਅਦ ਸਭ ਬੰਦ ਹੋ ਜਾਊਗਾ। ਪਹਿਲਾਂ ਬੰਦਾ ਤਾਂ ਜਾਂਦਾ ਸੀ ਵੀ ਚਲੋ ਪੈਨਸ਼ਨ ਸੀ, ਮੈਡੀਕਲ ਸੁਵਿਧਾ ਸੀ, ਕੰਟੀਨ ਸੁਵਿਧਾ ਸੀਗੀ। ਹੁਣ 4 ਸਾਲਾਂ ਬਾਅਦ ਜਿਹੜਾ ਵਾਪਸੀ ਆ ਗਿਆ ਉਹਦਾ ਕੋਈ ਮਤਲਬ ਇਹ ਸਭ ਸੁਵਿਧਾ ਬੰਦ ਹੋ ਜਾਣੀਆਂ। ਹਾਂ 4 ਸਾਲ ਤੱਕ ਗੌਰਮੈਂਟ ਕਹਿੰਦੀ ਮਿਲਣੀਆਂ, ਪਰ ਉਸ ਤੋਂ ਬਾਅਦ ਤਾਂ ਸ਼ਾਇਦ ਬੰਦ ਹੀ ਹੋਣੀਆਂ। ਇਹ ਜਿਹੜਾ ਬੰਦਾ ਸਿਵਲ 'ਚ ਆਊਗਾ, ਹੋਰ ਪਾਸੇ ਰਸਤਾ ਬਣਾਊਗਾ, ਉਹਨੂੰ ਇਹ ਸੁਵਿਧਾ ਨਹੀਂ ਮਿਲਣੀ। ਇਸ ਕਰਕੇ ਲੋਕ ਘੱਟ ਇੰਟਰਸਟ ਲੈ ਰਹੇ ਹੁਣ ਪਹਿਲਾਂ ਨਾਲੋਂ। ਹਾਂਜੀ, ਤਾਂ ਇਹ ਸਾਡੇ ਨਾਲ ਐਕਸ ਸਰਵਿਸਮੈਨ ਸੀਗੇ ਕੁਲਦੀਪ ਸਿੰਘ ਜੀ। ਸਾਡੇ ਨਾਲ 2 ਵੀਰ ਵੀ ਜੁੜੇ ਨੇ ਜੋ ਕਿ ਜੰਗੀ ਰਾਣਾ ਪਿੰਡ ਦੇ ਹੀ ਨੇ, ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ। ਵੀਰੇ, ਕਿਸ ਤਰ੍ਹਾਂ ਤੁਸੀਂ ਸੋਚਦੇ ਹੋ? ਪਹਿਲਾਂ ਤਾਂ ਮਾਣ ਵਾਲੀ ਗੱਲ ਸੀਗੀ, ਤੁਹਾਡਾ ਪਿੰਡ ਸੀ ਜਿਹੜਾ ਉਸ ਨੂੰ ਕਹਿੰਦੇ ਸੀ ਕਿ ਫੌਜੀਆਂ ਦਾ ਪਿੰਡ ਹੈ। ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹ ਬਾਹਰ ਨਹੀਂ ਜਾਂਦੇ, ਵੀ ਫੌਜ ਦੇ ਵਿੱਚ, ਡਿਫੈਂਸ ਦੇ ਵਿੱਚ ਭਰਤੀ ਹੋਣ ਜਾਂਦੇ ਨੇ। ਭਾਰਤ ਸਰਕਾਰ ਦੀ ਇਸ ਸਕੀਮ ਤੇ ਤੁਹਾਡਾ ਕੀ ਕਹਿਣਾ ਹੈ? ਐਂ ਜੀ 17 ਤੋਂ 21 ਸਾਲ ਦੇ ਬੱਚੇ ਨੂੰ ਭਰਤੀ ਕਰਦੇ ਜੀ। 25 ਸਾਲ ਦਾ ਉਹ ਰਿਟਾਇਰ ਹੋ ਕੇ ਘਰੇ ਆ ਜੂਗਾ ਜੀ, ਉਹਨੂੰ ਕੋਈ ਆਪਦਾ ਭਵਿੱਖ ਨਹੀਂ ਦਿਸਣਾ ਜੀ। 25 ਤੋਂ 30 ਸਾਲ ਦੇ ਸਾਨਾਂ 'ਚ ਮੈਰਿਜ ਹੁੰਦੀ ਹੈ ਜੀ। ਮੈਰਿਜ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਲੈਣਗੇ ਜੀ, ਕੀ ਉਹਨਾਂ ਦਾ ਗਾਂ ਭਵਿੱਖ ਰਹੂਗਾ ਜੀ। ਤੇ ਅੱਗੇ ਬਾਕੀ ਸਾਡੇ ਪਿੰਡਾਂ ਵਾਲੇ ਮੁੰਡਿਆਂ ਨੂੰ ਤਾਂ ਆਹੀ ਹੁੰਦਾ ਸੀ ਫੌਜ ਦੀ ਭਰਤੀ, ਵੀ ਫੌਜ 'ਚ ਹੋ ਜਾਾਂਗੇ ਜਾਂ ਪੰਜਾਬ ਪੁਲਿਸ ਦੇ ਵਿੱਚ ਸਿਲੈਕਟ ਹੋ ਜਾਾਂਗੇ ਜੀ। ਤੇ ਉਹ ਵੀ ਇੱਕ ਜਿਹੜਾ ਰਸਤਾ ਸੀਗਾ ਉਹ ਵੀ ਬੰਦ ਹੋ ਗਿਆ। ਪੰਜਾਬ ਪੁਲਿਸ ਦੀ ਭਰਤੀ ਵੀ ਲਗਭਗ 5 ਸਾਲ ਹੋ ਗਏ ਜੀ, 5-7 ਸਾਲ ਕੋਈ ਭਰਤੀ ਨਹੀਂ ਹੋਈ ਜੀ। ਆਹੀ ਹੋਰ ਤਾਂ ਕੋਈ ਨੌਕਰੀ ਮਿਲਣ ਦਾ ਕੋਈ ਚਾਂਸ ਨਹੀਂ ਜੀ। ਤੇ ਅੱਗੇ ਸਾਡੇ ਪਿੰਡ ਦੇ ਗਰਾਊਂਡ ਦੇ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸੀਗੀਆਂ ਜੀ। ਅੱਜ ਇਹ ਗਰਾਊਂਡ ਖਾਲੀ ਹੈ? ਅੱਜ ਇਹ ਸਾਰਾ ਗਰਾਊਂਡ ਖਾਲੀ ਪਿਆ ਜੀ ਬਿਲਕੁਲ। ਕਿੰਨੇ ਕੁ ਮੁੰਡੇ ਇੱਥੇ ਪ੍ਰੈਕਟਿਸ ਕਰਨ ਆਉਂਦੇ ਸੀ ਰੋਜ਼? ਲਗਭਗ 50+ ਮੁੰਡੇ ਡੇਲੀ ਆਉਂਦੇ ਸੀ ਪ੍ਰੈਕਟਿਸ ਕਰਨ ਜੀ ਇੱਥੇ। ਜਿਹੜਾ ਕਿ ਅੱਜ ਆਹ ਸਾਰਾ ਗਰਾਊਂਡ ਭਾਂ ਕਰਦਾ ਪਿਆ ਜੀ। ਸਾਰਾ 4 ਦੀਵਾਰੀ ਡਿੱਗੀ ਪਈ ਹੈ ਜੀ, ਬੁਰਾ ਹਾਲ ਹੈ ਜੀ ਇੱਥੇ। ਜਦੋਂ ਟਰਸਟ ਹੀ ਹੈ ਨਹੀਂ ਜੀ, ਕੋਈ ਅੱਗੇ ਆਉਂਦੇ ਸੀ ਬੱਚੇ ਸਫਾਈ ਕਰਦੇ ਸੀਗੇ ਸਾਰੇ ਰਲ ਮਿਲ ਕੇ ਜੀ। ਹੁਣ ਕੋਈ ਬਿਰਲਾ ਬਹੁਤ ਮਿਹਨਤ ਕਰਦੇ ਸੀ। ਸੁਣਿਆ ਵੀ ਕਰਜ਼ਾ ਚੱਕ ਕੇ ਵੀ ਜਿਹੜਾ ਹੈਗਾ ਮਿਹਨਤ ਕਰ ਰਹੇ ਸੀਗੇ, ਪ੍ਰੈਕਟਿਸ ਕਰ ਰਹੇ ਸੀ, ਕਿਉਂਕਿ ਖਰਚਾ ਇੱਕ ਬੰਦੇ ਤੇ 10 ਤੋਂ 15 ਹਜ਼ਾਰ ਆ ਜਾਂਦਾ ਹੈਗਾ। ਆ ਜਾਂਦਾ ਜੀ ਬਿਲਕੁਲ ਜੀ। ਕੋਈ ਮਿਹਨਤ ਕਰਦਾ ਜੀ, ਇੱਕ ਬੰਦੇ ਤੇ ਡੇਲੀ ਦਾ ਹੀ 500-700 ਰੁਪਇਆ ਖਰਚਾ ਆਉਂਦਾ ਜੀ। ਜਦੋਂ ਉਹਨੂੰ ਕੋਈ ਆਪਦਾ ਹੀ ਨੌਕਰੀ ਸੀਗੀ ਜੀ, ਉਹ ਵੀ ਖੁਸ਼ ਚੱਲੀ ਜੀ। ਤੇ ਗਾਂ ਫਿਰ ਜਦੋਂ ਕੋਈ ਰਸਤਾ ਹੀ ਨਹੀਂ ਮਿਲ ਰਿਹਾ ਜੀ, ਤੇ ਇਸ ਕਰਕੇ ਗਰਾਊਂਡੋਂ ਲਗਾ ਟੁੱਟ ਗਈ। ਹੁਣ ਤਾਂ ਜੀ ਹਰੇਕ ਆਈਲੈਟਸ ਨੂੰ ਭਜਦਾ ਜੀ, ਪਾਸਪੋਰਟ ਬਣਾ ਰਿਹਾ ਜੀ। ਕੋਈ ਬਾਹਰ ਕਿਸੇ ਵੀ ਦੇਸ਼ 'ਚ ਟੱਪ ਜੀ ਗਏ ਵੀ ਇੱਥੋਂ ਨਾਲੋਂ ਤਾਂ ਬਿਹਤਰ ਹੀ ਰਵਾਂਗੇ ਜੀ। ਇਸ ਕਰਕੇ ਜਾਂ ਸਾਰਾ ਗਰਾਊਂਡ ਖਾਲੀ ਹੈ ਜੀ। ਤੇ ਅੱਗੇ ਹੁਣ ਸਾਡੇ ਪਿੰਡ ਦੇ ਮੁੰਡੇ ਜਿਵੇਂ ਤਕਰੀਬਨ 100+ ਹੈਗੇ ਜੀ ਫੌਜ ਦੇ ਵਿੱਚ ਜੀ। ਤੇ ਹੁਣ ਤਾਂ ਰੁਝਾਨ ਘਟਿਆ ਪਿਆ ਜੀ। ਕੀ ਨਾਮ ਹੈ ਤੁਹਾਡਾ? ਗੁਰਪ੍ਰੀਤ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਆਪਣੀ ਆਵਾਜ਼ ਵੀ ਚੱਕ ਰਹੇ ਨੇ ਉਹਨਾਂ ਦੇ ਉੱਪਰ FIR ਹੋ ਰਹੀ ਹੈ ਕਿ ਕਿਉਂਕਿ ਦੇਖੋ ਸਰਕਾਰਾਂ ਦਾ ਕਹਿਣਾ ਕਿ ਅਸੀਂ ਲੋਕਾਂ ਦੇ ਹਿੱਤ ਲਈ ਕੰਮ ਕਰਦੇ ਹਾਂ। ਜੇਕਰ ਨੌਜਵਾਨਾਂ ਨੂੰ ਇਹ ਸਕੀਮ ਸਹੀ ਨਹੀਂ ਲੱਗਦੀ ਜਾਂ ਉਹਨਾਂ ਨੂੰ ਲਾਹੇਵੰਦ ਨਹੀਂ ਲੱਗਦੀ ਤਾਂ ਪ੍ਰੋਟੈਸਟ ਕਰਨਾ ਵੀ ਉਹਨਾਂ ਦਾ ਇੱਕ ਰਾਈਟ ਹੈ, ਡੈਮੋਕ੍ਰੈਟਿਕ ਰਾਈਟ ਹੈ। ਜੇ ਉਹ ਆਪਣੀ ਆਵਾਜ਼ ਹੀ ਨਹੀਂ ਚੁੱਕਣਗੇ ਤਾਂ ਸਰਕਾਰ ਨੂੰ ਕਿਵੇਂ ਪਤਾ ਲੱਗੂਗਾ ਵੀ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਮਾੜੀ ਹੈ? ਇਹਦੇ ਤੇ ਤੁਸੀਂ ਕੀ ਕਹੋਗੇ ਜਿਹੜਾ ਨੌਜਵਾਨਾਂ ਦੇ ਉੱਪਰ FIR ਹੁਣ ਹੋ ਰਹੀਆਂ ਨੇ? FIR ਤਾਂ ਗਲਤ ਹੋ ਰਹੀ ਹੈ, ਕਿਉਂਕਿ ਆਪਾਂ ਨੂੰ ਆਪਣੇ ਦੇਸ਼ 'ਚ ਅਧਿਕਾਰ ਦਿੱਤਾ ਜੀ ਆਪਣੇ ਖਿਲਾਫ ਬੋਲਣ ਦਾ। ਕਿਉਂਕਿ ਹੁਣ ਉਸ ਤੋਂ ਬਾਅਦ ਆਰਮੀ ਤੋਂ ਬਾਅਦ ਉਹਨਾਂ ਦਾ ਕੋਈ ਫਿਊਚਰ ਹੀ ਨਹੀਂ ਜੀ। 4-5 ਸਾਲ ਲਾ ਕੇ ਉਸ ਤੋਂ ਬਾਅਦ ਕਰਨਗੇ ਵੀ ਕੀ ਆ ਕੇ ਇੱਥੇ? ਨਾ ਇੰਨੀ ਤਨਖਾਹ ਹੋਣੀ ਉਹਨਾਂ ਦੀ ਜੀ, ਮਤਲਬ ਕੁਛ ਉਹਨਾਂ ਦਾ ਫਿਊਚਰ ਬਣ ਸਕੇ, ਨਾ ਉਹਨਾਂ ਨੂੰ ਕੋਈ ਹੋਰ ਕੋਈ ਮਤਲਬ ਦੇਣਗੇ ਸੁਵਿਧਾ ਜੀ। ਕੋਈ ਮਤਲਬ ਹੈ ਨਹੀਂ ਆਪਣੇ ਦੇਸ਼ ਦਾ ਜੀ। ਸਾਰੀ ਕਰਪਸ਼ਨ ਹੋਈ ਪਈ ਆ। ਹੁਣ ਪੰਜਾਬ ਪੁਲਿਸ ਦੀ ਭਰਤੀ ਆਈ ਸੀਗੀ, ਉਹ 'ਚ ਵੀ ਕਰਪਸ਼ਨ ਹੀ ਸੀਗੀ ਜੀ। ਜਿਨ੍ਹਾਂ ਨੇ ਮਿਹਨਤ ਕੀਤੀ ਉਹ ਲੱਗੇ ਨਹੀਂ, ਜਿਨ੍ਹਾਂ ਨੇ ਪੈਸੇ ਦਿੱਤੇ ਉਹ ਲੱਗ ਗਏ ਜੀ। ਆਪਣੇ ਦੇਸ਼ ਦਾ ਸਿਸਟਮ ਖਰਾਬ ਹੋਇਆ ਪਿਆ ਜੀ ਸਾਰਿਆਂ ਦਾ। ਤਾਂ ਹੀ ਤਾਂ ਹਰੇਕ ਹੁਣ ਬਾਹਰ ਦੀ ਸੋਚਦਾ, ਬਸ ਬਾਹਰ ਜਾ ਕੇ ਆਪਾਂ ਸੈਟਲਮੈਂਟਲ ਹੋ ਜਾਈਏ, ਵਧੀਆ ਫੈਮਿਲੀ ਵੀ ਸੈੱਟ ਹੋ ਜੂਗੀ ਆਪਣੀ, ਫਿਊਚਰ ਆਈ ਬਾਹਰ। ਆਪਣੇ ਦੇਸ਼ 'ਚ ਹੈ ਨਹੀਂ ਕੋਈ ਫਿਊਚਰ। ਹਾਂਜੀ, ਹੁਣ ਨੌਜਵਾਨ ਸਾਰੇ ਨਸ਼ਿਆਂ ਵੱਲ ਹੋ ਰਹੇ ਆ। ਸਰਕਾਰ ਆਪਣੀ ਕੰਟਰੋਲ ਕਰ ਸਕਦੀ ਹੈ ਨਸ਼ੇ, ਪਰ ਕਰਨਾ ਨਹੀਂ ਚਾਹੁੰਦੀ ਜੀ। ਤੁਹਾਡੇ ਪਿੰਡ ਦੇ ਵਿੱਚ ਹੁਣ ਤੱਕ ਕਿੰਨੇ ਕੁ ਜਿਹੜੇ ਫੌਜ ਦੇ ਵਿੱਚ ਸੇਵਾ ਦੇ ਚੁੱਕੇ ਨੇ? ਗਿਣਤੀ ਕਿੰਨੀ ਕੁ ਹੋਏਗੀ? ਗਿਣਤੀ ਘੱਟੋ ਘੱਟ ਹੋਣੀ ਹੈ 100+ ਜੀ। ਹਾਂਜੀ, ਲੱਗੇ ਵੀ ਬਹੁਤ ਪਏ 100+। ਲਗਭਗ ਹਰੇਕ ਘਰ ਚੋਂ ਹੀ ਹੈ? ਹਰੇਕ ਘਰ ਚੋਂ ਜੀ, ਹਰੇਕ ਘਰ ਚੋਂ ਲਗਭਗ ਆਪਣੇ ਇੱਥੇ ਜੀ। ਹਾਂਜੀ, ਸਭ ਤੋਂ ਆਪਣੇ ਬਠਿੰਡੇ ਦਾ ਮੁੱਖ ਪਿੰਡ ਆਪਣਾ ਜੰਗੀ ਰਾਣਾ ਜੀ, ਪੰਜਾਬ ਆਰਮੀ 'ਚ ਜੀ, ਤਾਂ ਰੱਖੇ। ਹਾਂਜੀ, ਹੁਣ ਇਹ ਰੁਝਾਨ ਘਟ ਗਿਆ ਜੀ ਬਸ ਸਾਰਾ ਜੀ। ਕੋਈ ਕੰਮ ਕਿਤੇ ਵੀ ਲੱਗ ਗਏ, ਕੋਈ ਗਰੀਬ ਘਰ ਦੇ ਸੀਗੇ ਉਹ ਵੀ ਤਿਆਰੀ ਕਰਦੇ ਸੀਗੇ, ਬਟ ਅਗਨੀਪਥ ਜਦੋਂ ਯੋਜਨਾ ਆ ਗਈ ਜੀ
ਤਾਂ ਕਰਕੇ ਉਹਨਾਂ ਨੇ ਆਪਦਾ ਕੰਮ ਧੰਦੇ ਕਰਨ ਲੱਗ ਗਏ ਤੇ ਤਿਆਰੀ ਛੱਡਤੀ ਜੀ। ਬਟ ਸਰਕਾਰ ਨੂੰ ਸੋਚਣਾ ਚਾਹੀਦਾ ਜਵਾਕਾਂ ਦੇ ਭਵਿੱਖ ਬਾਰੇ ਜੀ, ਮਤਲਬ ਤਾਂ ਕਰਕੇ ਮਾੜਾ ਜਿਹਾ ਸਰਕਾਰ ਵੀ ਸੋਚੇ ਕਿ ਜਵਾਕ ਕੀ ਕਰਨਗੇ। ਫਿਊਚਰ ਦਾ ਸਵਾਲ ਹੈ ਜੀ ਉਹਨਾਂ ਦੇ। ਬਾਹਰ ਜਾ ਕੇ ਵੀ ਕੋਈ ਫਾਇਦਾ ਨਹੀਂ, ਬਹੁਤ ਕੁਝ ਹੋ ਰਿਹਾ ਬਾਹਰ ਵੀ ਜਵਾਕਾਂ ਨਾਲ ਗਲਤ। ਹਾਂਜੀ, ਜਦੋਂ ਦੇਖੋ ਆਪਣੇ ਦੇਸ਼ 'ਚ ਆਪਣੀ ਸਿਕਿਉਰਿਟੀ ਹੁੰਦੀ ਆ, ਆਪਾਂ ਆਪਣੇ ਦੇਸ਼ ਨੂੰ ਆਪਣਾ ਕਹਿ ਸਕਦੇ ਹਾਂ, ਤਾਂ ਬੇਗਾਨਾ ਮੁਲਕ ਹੈ, ਉੱਥੇ ਕੀ ਸਿਕਿਉਰਿਟੀ ਹੈ ਕਿਸੇ ਦੀ? ਸਹੀ ਜੀ, ਉੱਥੇ ਕੋਈ ਸਕੂਲ ਨਹੀਂ। ਬਾਕੀ ਆਪਣਾ ਦੇਸ਼ ਵੀ ਹੁਣ ਸਿਕਿਉਰ ਨਹੀਂ ਰਹਿ ਗਿਆ ਜੀ। ਕ੍ਰਿਮੀਨਲ ਬਹੁਤ ਵੱਧਦੇ ਪਏ ਆ ਜੀ, ਗੈਂਗਸਟਰ ਬਣਦੇ ਪਏ ਆ ਸਾਰੇ ਜਵਾਕ ਤੰਗ ਆ ਕੇ ਜੀ। ਸਰਕਾਰਾਂ ਨੂੰ ਫਿਰ ਵੀ ਸੋਚਣਾ ਚਾਹੀਦਾ, ਪਰ ਸਰਕਾਰਾਂ ਵੀ ਗਲਤ ਹੁਣ ਕੀ ਕਰਨ। ਜਨਤਾ ਜੀ ਸਭ ਕਰਪਸ਼ਨ ਹੋਈ ਪਈ ਹੈ ਇੰਡੀਆ 'ਚ ਜੀ, ਖਤਮ। ਤਰ੍ਹਾਂ ਦਾ ਜਿਹੜਾ ਟਮਟਮਾ ਹੈਗਾ ਸਰਕਾਰ ਤੋਂ ਸਾਂਭ ਨਹੀਂ ਰਿਹਾ। ਹਾਂਜੀ, ਨਹੀਂ ਸਮਝਦਾ ਪਿਆ ਜੀ। ਬਾਕੀ ਜਦੋਂ ਉੱਥੇ 4 ਸਾਲਾਂ ਦੀ ਲਾ ਕੇ ਟ੍ਰੇਨਿੰਗ ਜੀ ਤੇ ਇੱਥੇ ਆਉਣਗੇ ਜੀ ਫੌਜੀ ਤੇ ਰਿਟਾਇਰ ਹੋ ਕੇ, ਫਿਰ ਉਹਨਾਂ ਨੂੰ ਆਪਦਾ ਗਾਂਹ ਕੋਈ ਭਵਿੱਖ ਦੇਖਣਾ ਨਹੀਂ। ਫਿਰ ਜਦੋਂ ਹਥਿਆਰ ਚਲਾਉਣਾ ਸਿੱਖ ਗਏ ਜੀ, ਉਹ ਫਿਰ ਗੈਂਗਸਟਰ ਹੀ ਬਣ ਗਏ ਜੀ। ਉਹਨਾਂ ਨੂੰ ਹੋਰ ਤਾਂ ਕੁਛ ਕੋਈ ਰਾਹ ਨਹੀਂ ਮਿਲ ਰਿਹਾ ਅੱਗੇ ਤਾਂ ਜੀ। ਅਤੇ ਬਾਕੀ ਜੀ ਆਹ ਸਭ ਤੋਂ ਮੇਨ ਗੱਲ ਜੀ ਗਰਾਊਂਡਾਂ ਦੀ ਹੈ ਜੀ। ਪਿੰਡਾਂ ਦੇ ਵਿੱਚ ਕੋਈ ਕਿਤੇ ਗਰਾਊਂਡ ਨਹੀਂ ਜੀ। ਅਤੇ ਜੇ ਕੋਈ ਮੰਨ ਲਓ ਗਰਾਊਂਡ ਹੋਣ, ਕੋਈ ਚੰਗੇ ਕੋਈ ਬੱਚੇ ਆਉਣ ਜੀ, ਕੋਈ ਜ਼ਰੂਰੀ ਨਹੀਂ ਵੀ ਭਰਤੀ ਹੋਣਾ ਜੀ। ਅਤੇ ਕੋਈ ਖੇਡਾਂ ਵੱਲ ਰੁਝਾਨ ਹੋਏ, ਹੋਰ ਖੇਡਾਂ ਵੀ ਵੱਲ ਵੀ ਅੱਗੇ ਵੱਧ ਸਕਦਾ ਜੀ। ਤੁਹਾਡੇ ਪਿੰਡ ਨੇ ਇੰਨੇ ਜ਼ਿਆਦਾ ਫੌਜ ਦੇ ਵਿੱਚ ਮਤਲਬ ਪਿੰਡ ਦੇ ਭਰਤੀ ਹੋਏ ਨੇ। ਮੈਂ ਦੇਖ ਰਹੀ ਜਿਹੜਾ ਤੁਹਾਡਾ ਗਰਾਊਂਡ ਹੈ, ਇੱਕ ਵਾਰੀ ਤਸਵੀਰਾਂ ਦੁਬਾਰਾ ਤੁਸੀਂ ਦਿਖਾ ਦਿਓ ਕਾਈਂਡਲੀ, ਕਿ ਗਰਾਊਂਡ ਵੀ ਕੋਈ ਖਾਸ ਨਹੀਂ ਹੈ ਨਾ। ਮੈਨੂੰ ਲੱਗਦਾ ਬੱਚਿਆਂ ਨੇ ਭੱਜਣ ਵਾਸਤੇ ਟਰੈਕ ਵੀ ਆਪ ਹੀ ਬਣਾਇਆ ਹੋਇਆ, ਸਾਰਾ ਆਪ ਹੀ ਤਿਆਰ ਕੀਤਾ, ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਜੀ। ਨਹਿਰ ਤੇ ਭੱਜਦੇ, ਇੱਥੋਂ ਲੈ ਕੇ ਝੁੰਬਾ ਤੇ ਆਉਣਾ, ਬਸ ਉੱਥੇ ਭੱਜਦੇ। ਕੋਈ ਸਰਕਾਰਾਂ ਵੀ ਮਦਦ ਨਹੀਂ ਕਰਦੀਆਂ ਮੰਗਾਂ ਜਵਾਕਾਂ ਦੀ ਜੀ। ਸਾਰੀਆਂ ਬਸ ਕਰਪਸ਼ਨੀਆਂ, ਕੋਈ ਗਰੰਟਾਂ ਖਾਈ ਜਾਂਦੇ ਆਪ ਲੈ ਕੇ। ਕੋਈ ਸਾਡੇ ਵੱਲ ਨਹੀਂ ਧਿਆਨ ਦਿੰਦਾ, ਗਰਾਊਂਡ ਵੱਲ ਜਾਂ ਜਵਾਕਾਂ ਨੂੰ ਕੋਈ ਗੇਮ ਹੀ ਚੱਜ ਦੀ ਮਤਲਬ ਕਰ ਦੇਣਾ, ਕੋਈ ਨਹੀਂ ਦਿੰਦਾ ਪਏ ਧਿਆਨ। ਸੋਚਣਾ ਚਾਹੀਦਾ ਸਰਕਾਰਾਂ ਨੂੰ ਵੀ, ਅਤੇ ਨਵਿਆਂ ਨੂੰ ਵੀ ਮੌਕਾ ਚਾਹੀਦਾ ਜੀ ਆਉਣ ਦਾ। ਪੀੜ੍ਹੀ ਦਰ ਪੀੜ੍ਹੀ ਨਾ ਹੁਣ ਸਰਕਾਰਾਂ ਨਵੇਂ ਜਵਾਕਾਂ ਨੂੰ ਅੱਗੇ ਆਉਣ ਦੇਣ ਜੀ ਇਲੈਕਸ਼ਨ 'ਚ ਵੀ, ਤਾਂ ਕਰਕੇ। ਬਿਲਕੁਲ, ਤਾਂ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਅਸੀਂ ਗੱਲ ਕਰ ਰਹੇ ਵੀ 74-75 ਸਾਲਾਂ ਬਾਅਦ ਸਾਡੇ ਦੇਸ਼ ਦੇ ਕੀ ਹਾਲਾਤ ਬਣ ਗਏ। ਉਸ ਸਮੇਂ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਦੋਂ 1 ਰੁਪਇਆ $1 ਦੇ ਬਰਾਬਰ ਸੀ, ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਡਾਲਰ ਕਿੱਥੇ ਹੈ ਤੇ ਰੁਪਇਆ ਕਿੱਥੇ ਆ ਕੇ ਡਿੱਗਿਆ ਹੈ। ਇਸ ਤੋਂ ਇਲਾਵਾ ਇਹ ਜਿਹੜਾ ਪਿੰਡ ਹੈ ਜੰਗੀ ਰਾਣਾ ਪਿੰਡ, ਇਸ ਨੇ ਸਭ ਤੋਂ ਵੱਧ ਜਿਹੜੇ ਸੈਨਿਕ ਨੇ ਉਹ ਭਾਰਤੀ ਸੈਨਾ ਦੇ ਵਿੱਚ ਦਿੱਤੇ ਨੇ, ਭਾਰਤੀ ਫੌਜ ਇੰਡੀਅਨ ਆਰਮੀ ਦੇ ਵਿੱਚ ਦਿੱਤੇ ਨੇ। ਔਰ ਅੱਜ ਜਿਹੜੇ ਇੱਥੋਂ ਦੇ ਬੱਚੇ ਹੈ, ਇੱਥੋਂ ਦੇ ਜਿਹੜੇ ਐਸਪੀਰੈਂਟਸ ਹੈ, ਉਹਨਾਂ ਦੇ ਜਿਹੜੇ ਸੁਪਨੇ ਉਹ ਚੂਰ-ਚੂਰ ਹੁੰਦੇ ਦਿਖਾਈ ਦੇ ਰਹੇ ਨੇ। ਔਰ ਇਸ ਪਿੰਡ ਦੇ ਜਿਹੜੇ ਨੌਜਵਾਨ ਸੀ, ਉਹਨਾਂ ਦੀ ਸੋਚ ਹੁੰਦੀ ਸੀ ਕਿ ਅਸੀਂ ਭਾਰਤੀ ਸੈਨਾ ਦੇ ਵਿੱਚ ਜਾ ਕੇ, ਡਿਫੈਂਸ ਸਰਵਿਸਿਜ਼ ਦੇ ਵਿੱਚ ਜਾ ਕੇ ਅਸੀਂ ਦੇਸ਼ ਦੀ ਸੇਵਾ ਕਰਨੀ ਹੈ, ਆਪਣਾ ਯੋਗਦਾਨ ਪਾਉਣਾ ਦੇਸ਼ ਦੀ ਸੇਵਾ ਦੇ ਵਿੱਚ। ਪਰ ਅੱਜ ਉਹਨਾਂ ਦੇ ਜਿਹੜੇ ਸੁਪਨੇ ਉਹ ਚੂਰ-ਚੂਰ ਹੁੰਦੇ ਦਿਖਾਈ ਦੇ ਰਹੇ ਨੇ। ਇਸ ਤੋਂ ਇਲਾਵਾ ਦਿੱਲੀ ਵਿਖੇ ਇੱਥੋਂ ਦੇ ਜਿਹੜੇ ਨੌਜਵਾਨ ਸੀਗੇ ਉਹ ਗਏ ਸੀਗੇ, ਉੱਥੇ ਉਹਨਾਂ ਨੇ ਜਾ ਕੇ ਪ੍ਰੋਟੈਸਟ ਕੀਤਾ। ਔਰ ਉੱਥੇ ਵੀ ਇਸ ਤੋਂ ਇਲਾਵਾ ਬਠਿੰਡਾ ਤੋਂ 200 ਜਿਹੜੇ ਨੌਜਵਾਨ ਸੀ, 200 ਐਸਪੀਰੈਂਟਸ ਸੀਗੇ, ਉਹ ਦਿੱਲੀ ਵਿਖੇ ਜਾ ਕੇ ਪ੍ਰੋਟੈਸਟ ਕਰਦੇ ਨੇ, ਜਿਨ੍ਹਾਂ ਦੇ ਵਿੱਚ 40 ਦੇ ਉੱਪਰ FIR ਵੀ ਕੀਤੀ ਗਈ ਕਿ ਇਸ ਚੀਜ਼ ਦਾ ਵਿਰੋਧ ਕਿਉਂ ਕਰ ਰਹੇ ਨੇ। ਔਰ ਬਾਹਰਲੇ ਮੁਲਕਾਂ ਦੀ ਆਪਾਂ ਗੱਲ ਕਰ ਲੈਂਦੇ ਹਾਂ, ਤੇ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਜਿਹੜੇ ਨੌਜਵਾਨ ਨੇ ਉਹ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਵਸ ਰਹੇ ਨੇ, ਉੱਥੇ ਲੇਬਰ ਕਰ ਰਹੇ ਨੇ। ਅੱਜ ਤੋਂ 75 ਸਾਲ ਪਹਿਲਾਂ ਅਸੀਂ ਜਿਹੜੇ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਸੀਗਾ, ਸ਼ਹਾਦਤਾਂ ਦੇ ਕੇ ਕੱਢਿਆ ਸੀ, ਅੱਜ ਅਸੀਂ ਉਹਨਾਂ ਦੀ ਗੁਲਾਮੀ ਕਰਨ ਵਾਸਤੇ ਸਾਡੇ ਨੌਜਵਾਨ ਮਜਬੂਰ ਨੇ ਕਿ ਬਾਹਰ ਜਾ ਕੇ ਉਹ ਗੁਲਾਮੀ ਕਰਨ। ਉਸ ਦਾ ਵੱਡਾ ਕਾਰਨ ਇਹ ਹੈ ਕਿ ਜਿਹੜੀਆਂ ਸਰਕਾਰਾਂ ਨੇ, ਭਾਵੇਂ ਉਹ ਸੂਬਾ ਸਰਕਾਰ ਹੋਵੇ ਜਾਂ ਫਿਰ ਉਹ ਕੇਂਦਰ ਸਰਕਾਰ ਹੋਵੇ, ਉਹ ਪੂਰਨ ਤੌਰ ਤੇ ਜਿਹੜੀਆਂ ਫੇਲ ਹੋਈਆਂ ਨੇ ਭਾਰਤ ਦਾ ਟਮਟਮਾ ਚਲਾਉਣ ਦੇ ਵਿੱਚ। ਪਿੰਡ ਜੰਗੀ ਰਾਣਾ ਤੋਂ ਰਹਿਮਤ TV ਦੇ ਲਈ ਆਕਾਂक्षा ਸਕਸੈਨਾ।